आखिर क्यों गलत है बलात्कार के जुर्म ते सुप्रीम कोर्ट वालों विआह दा सुझाव। ਜਦੋਂ ਨਿਆਂਪਾਲਿਕਾ ਬਲਾਤਕਾਰ ਦੇ ਜ਼ੁਰਮ ਵਿੱਚ ਇਨਸਾਫ ਦੇ ਲਈ ਵਿਆਹ ਦੇ ਰਾਹ ਦਾ ਸੁਝਾਅ ਦਿੰਦੀ ਹੈ ਤਾਂ ਤਿੰਨ ਗੱਲਾਂ ਹੁੰਦੀਆਂ ਨੇ। ਇੱਕ ਵਾਰ ਫਿਰ ਬਲਾਤਕਾਰ ਨੂੰ ਹਿੰਸਾ ਦੀ ਨਹੀਂ ਸਗੋਂ ਸਮਾਜ ਵਿੱਚ ਇੱਜ਼ਤ ਲੁੱਟਣ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਬਲਾਤਕਾਰ ਵਰਗੇ ਹਿੰਸਕ ਅਪਰਾਧ ਨਾਲ ਔਰਤ ਦੀ ਹੀ ਸਰੀਰਕ ਤੇ ਮਾਨਸਿਕ ਪੀੜ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਹਿੰਸਾ ਨੂੰ ਆਮ ਮੰਨ ਲਿਆ ਜਾਂਦਾ ਹੈ, ਮੰਨੋ ਜਿਵੇਂ ਮੁਲਜ਼ਮ ਲਈ ਸਜ਼ਾ ਜ਼ਰੂਰੀ ਨਾ ਹੋਵੇ। ਜਦੋਂ ਇਹ ਸੁਝਾਅ ਸਭ ਤੋਂ ਉੱਚੀ ਅਦਾਲਤ ਦੇ ਸਭ ਤੋਂ ਉੱਚ ਜੱਜ ਤੋਂ ਆਉਂਦਾ ਹੈ ਤਾਂ ਇਸ ਦਾ ਅਸਰ ਹੋਰ ਵਿਆਪਕ ਹੋ ਜਾਂਦਾ ਹੈ। ਸੋਮਵਾਰ 1 ਮਾਰਚ ਨੂੰ ਚੀਫ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਨੇ ਮਹਾਰਾਸ਼ਟਰ ਵਿੱਚ ਇੱਕ ਸਕੂਲੀ ਵਿਦਿਆਰਥਣ ਦੇ ਬਲਾਤਕਾਰ ਦੇ ਮੁਲਜ਼ਮ ਨੂੰ ਪੁੱਛਿਆ ਕਿ ਉਹ ਪੀੜਤਾ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ। ਅਦਾਲਤ ਨੇ ਅਜਿਹਾ ਹੁਕਮ ਤਾਂ ਨਹੀਂ ਦਿੱਤਾ, ਪਰ ਮੁਲਜ਼ਮ ਦੇ ਵਕੀਲ ਤੋਂ ਇਹ ਪੁੱਛਿਆ ਜ਼ਰੂਰ ਗਿਆ। ਹਾਲਾਂਕਿ ਹੁਣ ਉਹ ਮੁਲਜ਼ਮ ਵਿਆਹੁਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮੁਲਜ਼ਮ ਨੂੰ 4 ਹਫ਼ਤਿਆਂ ਤੱਕ ਗ੍ਰਿਫਤਾਰ ਨਾ ਕੀਤੇ ਜਾਣ ਦੇ ਆਦੇਸ਼ ਦਿੱਤੇ ਨੇ। ਬਲਾਤਕਾਰ ਦੇ ਕਈ ਮਾਮਲਿਆਂ ਵਿੱਚ ਕਾਨੂੰਨੀ ਲੜਾਈ ਲੜ ਚੁੱਕੇ ਤੇ ਦਿੱਲੀ ਵਿੱਚ ਕੰਮ ਕਰਨ ਵਾਲੀ ਵਕੀਲ ਸੁਰਭੀ ਧਰ ਇਸ ਨੂੰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਟਿੱਪਣੀ ਦੱਸਦੇ ਹੋਏ ਕਹਿੰਦੇ ਹਨ, ਅਜਿਹਾ ਸੁਝਾਅ ਦੇਣਾ ਹੀ ਪੀੜਤਾ ਦੀ ਬੇਅਦਬੀ ਹੈ। ਉਸ ਦੇ ਇਸ ਨਾਲ ਹੋਈ ਹਿੰਸਾ ਨੂੰ ਅਣਦੇਖਿਆ ਕਰਨਾ ਅਤੇ ਗੈਰ ਮਨੁੱਖੀ ਵਤੀਰਾ ਹੈ। ਉਹਨਾਂ ਮੁਤਾਬਕ ਇਨਸਾਫ ਮਿਲਣ ਦੀ ਕੋਈ ਚੰਗੀ ਮਿਸਾਲ ਆਮ ਲੋਕਾਂ ਤੱਕ ਪਹੁੰਚੇ ਇਹ ਜ਼ਰੂਰੀ ਨਹੀਂ, ਪਰ ਇਸ ਤਰ੍ਹਾਂ ਦੀ ਟਿੱਪਣੀ ਜੋ ਬਲਾਤਕਾਰ ਪੀੜਤ ਨੂੰ ਪੁਲਿਸ ਅਤੇ ਨਿਆਂਪਾਲਿਕਾ ਦਾ ਰਾਹ ਚੁਣਨ ਤੋਂ ਹੀ ਡਰਾਏਗੀ, ਜ਼ਰੂਰ ਵਿਆਪਕ ਤੌਰ 'ਚ ਆਪਣਾ ਅਸਰ ਛੱਡੇਗੀ। ਸੁਰਭੀ ਕਹਿੰਦੇ ਹਨ, ਪੀੜਤ ਦੀ ਘੱਟ ਉਮਰ, ਪਰਿਵਾਰ ਦੀ ਮਾਲੀ ਹਾਲਤ ਅਤੇ ਮੁਲਜ਼ਮ ਦਾ ਪ੍ਰਭਾਵ ਇਹ ਸਭ ਬਲਾਤਕਾਰ ਦੀ ਸ਼ਿਕਾਇਤ ਕਰਨ ਦੇ ਰਾਹ ਦੀ ਅੜਚਨਾ ਹਨ। ਜੇ ਇਹਨਾਂ ਨੂੰ ਲੰਘਦਾ ਇੱਕ ਕੁੜੀ ਇਨਸਾਫ ਦੇ ਲਈ ਕਦਮ ਅੱਗੇ ਵਧਾਉਂਦੀ ਹੈ ਅਤੇ ਫਿਰ ਸੁਪਰੀਮ ਕੋਰਟ ਤੋਂ ਅਜਿਹਾ ਸੁਝਾਅ ਆਉਂਦਾ ਹੈ ਤਾਂ ਇਹ ਉਸ ਨੂੰ ਅਤੇ ਉਸ ਵਰਗੀਆਂ ਕੁੜੀਆਂ ਦੇ ਹੌਸਲੇ ਨੂੰ ਬਿਲਕੁਲ ਹੇਠਾਂ ਲਿਆ ਸਕਦਾ ਹੈ। ਵਿਆਹ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ ਹਿੰਸਾ। ਇਹ ਅਜਿਹਾ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆ ਚੁੱਕੇ ਨੇ। ਪਿਛਲੇ ਸਾਲ ਮਦਰਾਸ ਹਾਈ ਕੋਰਟ ਨੇ ਵੀ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਨੂੰ ਇਸ ਆਧਾਰ ਉੱਤੇ ਜ਼ਮਾਨਤ ਦੇ ਦਿੱਤੀ ਸੀ ਕਿ ਉਸਨੇ ਨਾਬਾਲਿਗ ਪੀੜਤਾ ਦੇ ਬਾਲਗ ਹੋ ਜਾਣ ਤੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ। ਅਜਿਹੇ ਹੀ ਫੈਸਲੇ ਪਿਛਲੇ ਸਾਲ ਕੇਰਲ, ਗੁਜਰਾਤ ਅਤੇ ਉੜੀਸਾ ਹਾਈ ਕੋਰਟ ਨੇ ਵੀ ਦਿੱਤੇ ਸਨ, ਜਿਨ੍ਹਾਂ ਵਿੱਚ ਨਾਬਾਲਗ ਦੇ ਬਲਾਤਕਾਰ ਤੋਂ ਬਾਅਦ ਉਸ ਨਾਲ ਵਿਆਹ ਕਰਨ ਦੇ ਵਾਅਦੇ ਉੱਤੇ ਜਾਂ ਤਾਂ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਗਈ ਜਾਂ ਮਾਮਲੇ ਦੀ FIR ਰੱਦ ਕਰ ਦਿੱਤੀ ਗਈ। ਬਲਾਤਕਾਰ ਪੀੜਤਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰ ਨਿਆਂ ਪ੍ਰਕਿਰਿਆ ਦੇ ਉਹਨਾਂ ਦੇ ਤਜਰਬੇ ਉੱਤੇ ਖੋਜ ਕਰ ਰਹੀ ਗਰਿਮਾ ਜੈਨ ਇਸ ਨੂੰ ਖਤਰਨਾਕ ਅਤੇ ਦੁਖੀ ਕਰਨ ਵਾਲਾ ਚੱਲਣ ਦੱਸਦੇ ਹਨ। ਆਪਣੇ ਕੰਮ ਕਰਨ ਦੌਰਾਨ ਉਹ ਇੱਕ ਔਰਤ ਦੇ ਸੰਪਰਕ ਵਿੱਚ ਆਈ ਜਿਨ੍ਹਾਂ ਦੇ ਬॉयਫ੍ਰੈਂਡ ਨੇ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਬਲਾਤਕਾਰ ਕੀਤਾ ਅਤੇ 1.5 ਸਾਲ ਤੱਕ ਮੁਕੱਦਮਾ ਚੱਲਣ ਤੋਂ ਬਾਅਦ ਜੱਜ ਨੇ ਇਹੀ ਸੁਝਾਅ ਦਿੱਤਾ ਕਿ ਮੁਲਜ਼ਮ ਉਹਨਾਂ ਨਾਲ ਵਿਆਹ ਕਰਵਾ ਲਵੇ। ਗਰਿਮਾ ਦੱਸਦੇ ਹਨ, ਨਾਬਾਲਿਗ ਕੁੜੀ ਤੇ ਪਹਿਲਾਂ ਹੀ ਪਰਿਵਾਰ ਦਾ ਬਹੁਤ ਦਬਾਅ ਰਹਿੰਦਾ ਹੈ ਅਤੇ ਫਿਰ ਜਦੋਂ ਅਦਾਲਤ ਵੀ ਅਜਿਹਾ ਰੁਖ ਅਪਣਾਏ ਤਾਂ ਉਹਨਾਂ ਦੇ ਲਈ ਨਾ ਕਹਿਣਾ ਹੋਰ ਔਖਾ ਹੋ ਜਾਂਦਾ ਹੈ। ਉਸ ਔਰਤ ਨੇ ਵੀ ਜ਼ਬਰਦਸਤੀ ਵਿਆਹ ਦੇ ਲਈ ਹਾਮੀ ਭਰੀ, ਪਰ ਉਸ ਤੋਂ ਬਾਅਦ ਗੰਭੀਰ ਸਰੀਰਕ ਹਿੰਸਾ ਨਾਲ ਤੰਗ ਕੀਤੀ ਗਈ। ਆਖਿਰ ਔਰਤ ਨੇ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ। ਹੁਣ ਉਹਨਾਂ ਦੇ ਪਤੀ ਨੂੰ ਬਲਾਤਕਾਰ ਦੇ ਲਈ 10 ਸਾਲ ਦੀ ਸਜ਼ਾ ਹੋ ਗਈ ਅਤੇ ਉਹ ਜੇਲ੍ਹ ਵਿੱਚ ਬੰਦ ਹਨ। ਵਿਆਹ ਤੋਂ ਬਾਅਦ ਗਰਭਵਤੀ ਹੋਈ ਔਰਤ ਦੀ ਇੱਕ ਛੋਟੀ ਬੇਟੀ ਹੈ। OP ਜਿੰਦਲ ਯੂਨੀਵਰਸਿਟੀ ਵਿੱਚ ਪੜ੍ਹਾ ਰਹੇ ਗਰਿਮਾ ਕਹਿੰਦੇ ਹਨ, ਨਿਆਂਪਾਲਿਕਾ ਨੂੰ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਤਾਂ ਜੋ ਉਹ ਬਲਾਤਕਾਰ ਦੇ ਮਾਮਲਿਆਂ ਵਿੱਚ ਇੱਜ਼ਤ ਦਾ ਦ੍ਰਿਸ਼ਟੀਕੋਣ ਅਪਣਾਉਣ ਤੋਂ ਬਾਹਰ ਨਿਕਲਣ ਅਤੇ ਇਸ ਤਰ੍ਹਾਂ ਦੇ ਇਨਸਾਫ ਬਾਰੇ ਸੁਝਾਅ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਇਸ ਦਾ ਔਰਤ ਦੀ ਜ਼ਿੰਦਗੀ ਉੱਤੇ ਕੀ ਅਸਰ ਪਏਗਾ। ਕਾਨੂੰਨ ਕੀ ਕਹਿੰਦਾ ਹੈ? ਸਾਲ 2012 ਵਿੱਚ ਲਿਆਂਦੇ ਗਏ ਦੀ ਪ੍ਰੋਟੈਕਸ਼ਨ ਆਫ ਚਿਲਡਰਨ ਅਗੇਂਸਟ ਸੈਕਸ਼ੂਅਲ ਅਫੈਂਸਸ ਐਕਟ ਵਿੱਚ ਅਜਿਹੀਆਂ ਕਈ ਤਰਜੀਹ ਰੱਖੇ ਗਏ ਹਨ ਜਿਸ ਨਾਲ ਪੁਲਿਸ ਵਿੱਚ ਮਾਮਲਾ ਦਰਜ ਕਰਨ ਅਤੇ ਨਿਆਇਕ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਵਿੱਚ ਸੌਖ ਹੋਵੇ। ਮੁਕੱਦਮੇ ਦੇ ਨਿਪਟਾਰੇ ਲਈ 1 ਸਾਲ ਦੀ ਮਿਆਦ ਤੈਅ ਕੀਤੀ ਗਈ ਹੈ ਅਤੇ ਮੁਆਵਜ਼ੇ ਦੀ ਤਰਜੀਹ ਹੈ ਤਾਂ ਜੋ ਨਾਬਾਲਿਗ ਦੇ ਪਰਿਵਾਰ ਨੂੰ ਅਜਿਹੇ ਮਾਮਲੇ ਲੜਨ ਵਿੱਚ ਮਦਦ ਮਿਲ ਸਕੇ, ਪਰ ਇਹਨਾਂ ਦੇ ਲਾਗੂ ਕੀਤੇ ਜਾਣ ਵਿੱਚ ਕਈ ਕਮੀਆਂ ਹਨ। ਇੱਥੇ ਤੋਂ ਇਹ ਵੀ ਦੱਸਦੇ ਕਿ ਕਾਨੂੰਨ ਨੂੰ ਲਾਗੂ ਕਰਨ ਲਈ ਸਹਾਇਕ ਸੇਵਾਵਾਂ ਅਤੇ ਬੁਨਿਆਦੀ ਢਾਂਚਿਆਂ ਦੀ ਘਾਟ ਹੈ, ਜਿਸ ਕਾਰਨ ਨਿਆਇਕ ਪ੍ਰਕਿਰਿਆ ਦੀ ਰਫ਼ਤਾਰ ਅਜੇ ਵੀ ਹੌਲੀ ਹੈ ਅਤੇ ਨਾਬਾਲਿਗ ਪੀੜਤਾ ਉੱਤੇ ਕੇਸ ਦਰਜ ਨਾ ਕਰਨ ਜਾਂ ਉਸ ਤੋਂ ਪਿੱਛੇ ਹਟਣ ਜਾਂ ਵਿਆਹ ਦੇ ਦਬਾਅ ਵਿੱਚ ਆਉਣ ਦੇ ਹਾਲਾਤ ਬਣ ਜਾਂਦੇ ਨੇ। ਸਾਲ 2019 ਵਿੱਚ ਸੁਪਰੀਮ ਕੋਰਟ ਨੇ ਨਾਬਾਲਿਗਾ ਖਿਲਾਫ ਵਾਦੀ ਜਿਨਸੀ ਹਿੰਸਾ ਦਾ ਨੋਟਿਸ ਲੈਂਦਿਆਂ ਇੱਕ ਪਟੀਸ਼ਨ ਦੇ ਤਹਿਤ ਕਾਨੂੰਨ ਦੇ ਲਾਗੂ ਹੋਣ ਤੇ ਕੌਮੀ ਅੰਕੜੇ ਮੰਗੇ। ਕੋਰਟ ਦੇ ਰਜਿਸਟਰਾਰ ਨੇ
ਦੇਸ਼ ਭਰ ਦੇ ਹਾਈ ਕੋਰਟ ਅਤੇ ਪੋਕਸੋ ਕੋਰਟ ਤੋਂ ਜਾਣਕਾਰੀ ਇਕੱਠੀ ਕੀਤੀ ਤਾਂ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਪੋਕਸੋ ਦੇ 99% ਮਾਮਲਿਆਂ ਵਿੱਚ ਅੰਤਰਿਮ ਮੁਆਵਜ਼ਾ ਨਹੀਂ ਦਿੱਤਾ ਗਿਆ। 99% ਮਾਮਲਿਆਂ ਵਿੱਚ ਆਖਰੀ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। 2/3 ਤੋਂ ਜ਼ਿਆਦਾ ਮਾਮਲਿਆਂ ਵਿੱਚ ਪੁਲਿਸ ਦੀ ਜਾਂਚ ਹੀ 1 ਸਾਲ ਵਿੱਚ ਖਤਮ ਨਹੀਂ ਹੋਈ। ਸਿਰਫ 1/3 ਮਾਮਲੇ ਵਿੱਚ ਮੁਕੱਦਮੇ ਦੀ ਸੁਣਵਾਈ 1 ਸਾਲ ਵਿੱਚ ਪੂਰੀ ਹੋਈ। 90% ਤੋਂ ਜ਼ਿਆਦਾ ਮਾਮਲਿਆਂ ਵਿੱਚ ਮੁਲਜ਼ਮ ਪੀੜਤਾ ਦੀ ਜਾਣ ਪਹਿਚਾਣ ਵਾਲਾ ਵਿਅਕਤੀ ਨਿਕਲਿਆ। ਸੈਲਬ ਕਹਿੰਦੇ ਹਨ, ਨਾਬਾਲਿਗਾ ਨੂੰ ਆਪਣੇ ਹੀ ਪਰਿਵਾਰ ਜਾਂ ਜਾਣ ਪਛਾਣ ਦੇ ਵਿਅਕਤੀ ਖਿਲਾਫ ਕੇਸ ਦਰਜ ਕਰਨ 'ਚ ਹੋਰ ਪਰੇਸ਼ਾਨੀ ਹੁੰਦੀ ਹੈ। ਕਈ ਤਰ੍ਹਾਂ ਦੇ ਦਬਾਅ ਹੁੰਦੇ ਨੇ। ਇਸ ਲਈ ਨਿਆਂਪਾਲਿਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਪੀੜਤਾ ਦੇ ਹੱਕ ਨੂੰ ਅੱਗੇ ਰੱਖੇ। ਮਹਾਰਾਸ਼ਟਰ ਦੇ ਮਾਮਲੇ ਵਿੱਚ ਪਹਿਲਾਂ ਰੱਦ ਹੋਈ ਜ਼ਮਾਨਤ ਸੈਲਬ ਮੁਤਾਬਕ ਸਮਾਜਿਕ ਦਬਾਅ ਵਿੱਚ ਸਮਝੌਤੇ ਦੀ ਪੇਸ਼ਕਸ਼ ਪਰਿਵਾਰਾਂ ਵੱਲੋਂ ਕੀਤੇ ਜਾਣਾ ਅਕਸਰ ਦੇਖਣ ਨੂੰ ਮਿਲਿਆ ਹੈ। ਪਰ ਸੁਪਰੀਮ ਕੋਰਟ ਦੀ ਅਜਿਹੀ ਪਹਿਲ ਬਹੁਤ ਗਲਤ ਸੰਦੇਸ਼ ਦਿੰਦੀ ਹੈ। ਚੀਫ ਜਸਟਿਸ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ 3 ਜੱਜਾਂ ਦੀ ਬੈਂਚ ਦੇ ਸਾਹਮਣੇ ਸੁਣਿਆ ਗਿਆ ਮਹਾਰਾਸ਼ਟਰ ਦਾ ਮਾਮਲਾ ਸਿਰਫ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦਾ ਹੈ। ਬਲਾਤਕਾਰ ਦੇ ਉਸ ਕੇਸ 'ਚ ਨਾ ਅਪਰਾਧੀ ਧਾਰਾਵਾਂ ਤੈਅ ਹੋਈਆਂ ਅਤੇ ਨਾ ਹੀ ਮੁਕੱਦਮਾ ਅਜੇ ਸ਼ੁਰੂ ਹੋਇਆ ਹੈ। ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਮੁਲਜ਼ਮ ਨਾਬਾਲਿਗ ਕੁੜੀ ਦਾ ਰਿਸ਼ਤੇਦਾਰ ਹੈ। ਦੋਸ਼ ਹੈ ਕਿ ਉਹ ਲੰਬੇ ਸਮੇਂ ਤੋਂ ਉਸ ਦਾ ਪਿੱਛਾ ਕਰਦਾ ਰਿਹਾ ਅਤੇ ਧਮਕੀਆਂ ਦੇ ਕੇ ਬਾਰ-ਬਾਰ ਬਲਾਤਕਾਰ ਕੀਤਾ ਗਿਆ। ਇਸ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੀੜਤ ਅਤੇ ਮੁਲਜ਼ਮ ਦੇ ਪਰਿਵਾਰ ਵਿਚਾਲੇ ਇੱਕ ਸਮਝੌਤੇ ਦੇ ਤਹਿਤ ਇਹ ਤੈਅ ਕੀਤਾ ਗਿਆ ਕਿ ਪੀੜਤ ਦੇ ਬਾਲਗ ਹੋਣ ਤੋਂ ਬਾਅਦ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇਗਾ। ਪਰ ਅਜਿਹਾ ਨਹੀਂ ਹੋਇਆ ਤੇ ਬਾਅਦ ਵਿੱਚ ਇਸ ਮਾਮਲੇ ਵਿੱਚ ਪੁਲਿਸ ਸ਼ਿਕਾਇਤ ਕੀਤੀ ਗਈ। ਮੁਲਜ਼ਮ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲੀ। ਹਾਲਾਂਕਿ ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਜੱਜ ਨੂੰ ਅਸੰਵੇਦਨਸ਼ੀਲ ਦੱਸਦੇ ਹੋਏ ਉਸ ਫੈਸਲੇ ਦੀ ਨਿੰਦਾ ਕੀਤੀ ਅਤੇ ਜ਼ਮਾਨਤ ਰੱਦ ਕਰ ਦਿੱਤੀ। ਪੋਕਸੋ ਕਾਨੂੰਨ ਤਹਿਤ ਜ਼ਮਾਨਤ ਦੀਆਂ ਸ਼ਰਤਾਂ ਸਖਤ ਰੱਖੀਆਂ ਗਈਆਂ ਅਤੇ ਬਰਡਨ ਆਫ ਪ੍ਰੂਫ ਯਾਨੀ ਕਿ ਨਿਰਦੋਸ਼ ਸਾਬਿਤ ਕਰਨ ਦੀ ਜ਼ਿੰਮੇਵਾਰੀ ਮੁਲਜ਼ਮ ਉੱਤੇ ਪਾਈ ਗਈ ਹੈ। ਕਹਿਣ ਤੋਂ ਭਾਵ ਦੋਸ਼ਾਂ ਤੋਂ ਬਰੀ ਹੋਣ ਤੋਂ ਪਹਿਲਾਂ ਮੁਲਜ਼ਮ ਨੂੰ ਦੋਸ਼ੀ ਮੰਨਿਆ ਜਾਂਦਾ ਹੈ। ਪਰ ਹੁਣ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਨੇ ਕੀਤੀ। ਮੁਲਜ਼ਮ ਨੂੰ ਗ੍ਰਿਫਤਾਰੀ ਤੋਂ 4 ਹਫ਼ਤੇ ਦੀ ਅੰਤਰਿਮ ਰਾਹਤ ਦਿੱਤੀ ਹੈ। ਵਕੀਲ ਸੁਰਭੀ ਧਰ ਮੁਤਾਬਕ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਮਾਮਲੇ ਵਿੱਚ ਜ਼ਮਾਨਤ ਪਟੀਸ਼ਨ ਸੁਣਵਾਈ ਕਰਦਿਆਂ ਕਾਨੂੰਨ ਦਾ ਬਿਹਤਰ ਇਸਤੇਮਾਲ ਨਹੀਂ ਕੀਤਾ। ਚੀਫ ਜਸਟਿਸ ਬੋਬੜੇ ਨੇ ਮੁਲਜ਼ਮ ਨੂੰ ਪੁੱਛਿਆ, ਜੇ ਤੁਸੀਂ ਪੀੜਤ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਜੇ ਅਜਿਹਾ ਨਹੀਂ ਕਰਦੇ ਤਾਂ ਤੁਹਾਡੀ ਨੌਕਰੀ ਚਲੀ ਜਾਵੇਗੀ, ਤੁਸੀਂ ਜੇਲ੍ਹ ਜਾਓਗੇ। ਤੁਸੀਂ ਕੁੜੀ ਨਾਲ ਛੇੜਛਾੜ ਕੀਤੀ ਅਤੇ ਉਹਨਾਂ ਨਾਲ ਬਲਾਤਕਾਰ ਕੀਤਾ ਹੈ। ਸੁਰਭੀ ਦਾ ਮੰਨਣਾ ਹੈ ਕਿ ਦੇਸ਼ ਦੀ ਸਰਬ ਉੱਚ ਅਦਾਲਤ ਵੱਲੋਂ ਇਹ ਕਹਿਣਾ ਸਮਝ ਤੋਂ ਬਾਹਰ ਹੈ ਅਤੇ ਦੁਨੀਆ ਭਰ ਵਿੱਚ ਜਿਨਸੀ ਹਿੰਸਾ ਬਾਰੇ ਬਣੀ ਸਮਝ ਨੂੰ ਦਰਕਿਨਾਰ ਕਰ ਦਿੰਦਾ ਹੈ। ਹੁਣ ਭਾਰਤ ਦੀਆਂ ਕਰੀਬ 4000 ਔਰਤਾਂ ਦੇ ਹੱਕਾਂ ਲਈ ਕੰਮ ਕਰਦੇ ਕਾਰਕੁਨਾਂ ਅਤੇ ਸੰਗਠਨਾਂ ਨੇ ਇੱਕ ਚਿੱਠੀ ਲਿਖ ਕੇ ਚੀਫ ਜਸਟਿਸ ਬੋਬੜੇ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਤੁਹਾਡੇ ਫੈਸਲੇ ਨਾਲ ਇਹ ਸੁਨੇਹਾ ਜਾਂਦਾ ਹੈ ਕਿ ਵਿਆਹ ਬਲਾਤਕਾਰ ਕਰਨ ਦਾ ਲਾਇਸੈਂਸ ਹੈ ਅਤੇ ਅਜਿਹਾ ਲਾਇਸੈਂਸ ਮਿਲਣ ਤੋਂ ਬਾਅਦ ਬਲਾਤਕਾਰ ਮੁਲਜ਼ਮ ਆਪਣੇ ਆਪ ਨੂੰ ਕਾਨੂੰਨ ਦੀ ਨਜ਼ਰ 'ਚ ਦੋਸ਼ ਮੁਕਤ ਕਰ ਸਕਦਾ ਹੈ। ਬਿਊਰੋ ਰਿਪੋਰਟ ਜੀ ਪ੍ਰਾਈਮ ਅਮਰੀਕਾ।